ਸਿਲੇਬਸ ਦੇ ਅਕੋਰਡਿੰਗਲੀ ਫਸਟ ਲੈਕਚਰ ਨੂੰ ਸਟਾਰਟ ਕਰਨ ਲੱਗੇ ਹਾਂ। ਮੇਰਾ ਨਾਮ ਗੁਰਜੋਤ ਸਿੰਘ ਹੈ ਐਂਡ ਮੈਂ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿੱਚ ਐਜ਼ ਅ ਲੈਕਚਰਰ ਆਫ ਕੈਮਿਸਟਰੀ ਵਰਕ ਕਰ ਰਿਹਾ ਤੇ ਇਹ ਮੇਰਾ ਜਿਹੜਾ ਫਸਟ ਲੈਕਚਰ ਹੈ ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੈ। ਇਹ ਤੋਂ ਪਹਿਲਾਂ ਮੈਂ 2 ਲੈਕਚਰ ਤੁਹਾਡੇ ਲਈ ਡਾਊਨਲੋਡ ਰਿਕਾਰਡ ਕੀਤੇ ਹੈ, ਉਹ ਜਿਹੜੇ ਹੈਗੇ ਆਪਣੇ ਤੁਸੀਂ ਮੇਰੇ ਆਪਣੇ YouTube ਚੈਨਲ ਜਿਹੜਾ ਸਕੂਲ ਦਾ YouTube ਚੈਨਲ ਹੈ ਉਸ 'ਤੇ ਜਾ ਕੇ ਦੇਖ ਸਕਦੇ ਹੋ। ਤੇ ਹੁਣ ਤੁਸੀਂ ਜਿਹੜਾ ਇਹ ਵਾਲਾ ਲੈਕਚਰ ਹੈ ਇਹਦੇ ਵਿੱਚ ਆਪਾਂ ਸਿਲੇਬਸ ਦੇ ਅਕੋਰਡਿੰਗਲੀ ਫਸਟ ਲੈਕਚਰ ਹੈ, ਵੈਸੇ ਆਰਗੈਨਿਕ ਦਾ ਆਪਣਾ ਥਰਡ ਲੈਕਚਰ ਬਣ ਗਿਆ ਪਰ ਸਿਲੇਬਸ ਦੇ ਅਕੋਰਡਿੰਗਲੀ ਦੇਖੀਏ ਤਾਂ ਇਹ ਆਪਣਾ ਫਸਟ ਲੈਕਚਰ ਹੈ। ਸਿਲੇਬਸ ਵਿੱਚ ਆਰਗੈਨਿਕ ਕੈਮਿਸਟਰੀ ਦੇ ਸਿਲੇਬਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੇਸਿਕਲੀ 4 ਚੈਪਟਰ ਆਪਾਂ ਪੜ੍ਹਾਂਗੇ, ਦੈਟ ਇਜ਼ ਹੈਲੋਰੀਨਸ ਐਂਡ ਐਲਕੀਨਸ, हेलोरीन एंड हेलोएल्कीन्स। फिर उस तो बाद सेकंड चैप्टर है अल्कोहल फिनोल एंड ईथर्स। थर्ड चैप्टर है अल्डिहाइड कीटोन एंड कार्बोक्सिलिक एसिड्स एंड फोर्थ चैप्टर है जेड़ा वो नाइट्रोजन कंटेनिंग कंपाउंड्स है। बेसिकली अपन फर्स्ट चैप्टर है जेड़ा ਤੁਹਾਡੇ बुक ਵਿੱਚ 10th चैप्टर है, ਹੁਣ 9th ਹੋ ਗਿਆ ਪਰ ਹੁਣ मॉडर्न ਦੀ बुक ਜਿਹੜੀ ਪੁਰਾਣੀ ਵਿੱਚ 10th चैप्टर ही है। ओके है हेलोरीन्स एंड हेलोएल्कीन्स ਜਾਂ ਫਿਰ ਕਹ ਲਓ हेलोएल्कीन्स एंड हेलोरीन्स। बेसिकली ਤੁਸੀਂ ਆਰਗੈਨਿਕ ਕੈਮਿਸਟਰੀ ਦੇ ਜਿਹੜੇ ਚੈਪਟਰਸ ਹੈ ਉਹਨਾਂ ਨੂੰ ਪੜ੍ਹਨਾ ਕਿਸ ਤਰੀਕੇ ਨਾਲ ਹੈ। ਐਕਚੁਅਲੀ ਜਦੋਂ ਤੁਸੀਂ ਪੜ੍ਹਨ ਦਾ ਫਾਰਮੈਟ ਇਹਦਾ ਸਹੀ ਸੈੱਟ ਕਰ ਲਓਗੇ ਤੁਹਾਨੂੰ ਇੰਨਾ ਕੁ ਨੌਲੇਜ ਹੋ ਜੇਗੀ ਵੀ ਇਸ ਚੈਪਟਰ ਵਿੱਚ ਕਿਵੇਂ ਕਿਵੇਂ ਕੀ ਕੁਝ ਹੁੰਦਾ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੁਝ ਵੀ ਔਖਾ ਹੈ ਜੀ ਦੋਸਤੋ। ਤਾਂ ਬੇਸਿਕਲੀ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਇਹ ਹੁੰਦੀ ਜਦੋਂ ਸਾਰਾ ਕੁਝ ਫਾਸਟ ਹੋ ਜਾਂਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕੈਮੀਕਲ ਰਿਐਕਸ਼ਨਸ ਚੱਲ ਰਹੀਆਂ, ਕਿ ਉਹ ਪ੍ਰੈਪਰੇਸ਼ਨਸ ਚੱਲ ਰਹੀਆਂ, ਕਿਉਂ ਕੀ ਚੀਜ਼ ਚੱਲ ਰਹੀ ਹੈ। ਜਦੋਂ ਇਹ ਸਾਰਾ ਸਿਸਟਮ ਜਿਹੜਾ ਹੈਗਾ ਚੈਪਟਰ ਦਾ ਉਹ ਹੌਚ-ਪੌਚ ਹੋ ਜਾਂਦਾ, ਉਹ ਇੱਕ ਦੂਜੇ ਨਾਲ ਮਿਕਸ ਹੋ ਜਾਂਦਾ ਤਾਂ ਉਦੋਂ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਵੀ ਕਿਸ ਤਰੀਕੇ ਨਾਲ ਆਪਾਂ ਉਸ ਚੈਪਟਰ ਨੂੰ ਟੈਕਲ ਕਰਨਾ ਹੈ, ਉਸ ਨੂੰ ਆਪਾਂ ਹੋਲਡ ਕਰਨਾ ਹੈ। ਤਾਂ ਬੇਸਿਕਲੀ ਆਪਾਂ ਨੂੰ ਜਦੋਂ ਆਪਾਂ ਚੈਪਟਰ ਕੋਈ ਵੀ ਹੈ, ਚਾਹੇ ਹੈਲੋਰੀਨ ਹੈਲੋਰੀਨਸ ਦੀ ਗੱਲ ਕਰ ਲਈਏ, ਚਾਹੇ ਆਪਾਂ ਅਲਕੋਹਲ ਫਿਨੋਲ ਈਥਰਸ ਦੀ ਗੱਲ ਕਰ ਲਈਏ, ਚਾਹੇ ਕੋਈ ਵੀ ਚੈਪਟਰ ਦੀ ਗੱਲ ਕਰ ਲਈਏ, ਹਰੇਕ ਚੈਪਟਰ ਵਿੱਚ ਜਿਹੜਾ ਫਾਰਮੈਟ ਹੈ ਚੈਪਟਰ ਦਾ ਉਹ ਸਿਰਫ ਇੱਕੋ ਸੀਕੁਐਂਸ ਵਿੱਚ ਹੈ। ਉਹ ਕੀ ਹੈਗਾ? ਫਸਟ ਵਿੱਚ ਚੈਪਟਰ ਦੀ ਹੁੰਦੀ ਹੈ ਇੰਟਰੋਡਕਸ਼ਨ। ਇੰਟਰੋਡਕਸ਼ਨ ਵਿੱਚ ਬੇਸਿਕਲੀ ਨੇਮਿੰਗ ਵਗੈਰਾ ਹੁੰਦੀ ਹੈ, ਜਿਹਦੇ ਵਿੱਚ ਕੁਐਸਚਨ ਆਉਣ ਦੇ ਚਾਂਸ ਕੀ ਹੁੰਦੇ ਹੈਗੇ? ਲੋ ਹੁੰਦੇ। ਇਹ ਵਿੱਚ ਮੈਂ ਕੁਐਸਚਨ ਆਉਣ ਦੇ ਚਾਂਸ ਲਿਖਦਾ ਜਾਊਂਗਾ, ਠੀਕ ਹੈ। ਹਰੇਕ ਚੈਪਟਰ ਵਿੱਚ ਕੀ ਹੁੰਦੀ ਹੈ? ਇੰਟਰੋਡਕਸ਼ਨ ਹੈ। ਇੰਟਰੋਡਕਸ਼ਨ ਵਿੱਚ ਕੀ ਹੁੰਦੀ? ਬੇਸਿਕਲੀ ਨੇਮਿੰਗ ਹੁੰਦੀ ਹੈ, ਜਾਂ ਤਾਂ ਨੇਮਿੰਗ ਹੁੰਦੀ ਹੈ ਜਾਂ ਕੰਪਾਊਂਡਸ ਬਾਰੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਹੈ, ਉਹਦੇ ਬਾਰੇ ਵਿੱਚ ਸਾਰਾ ਕੁਝ ਐਕਸਪਲੇਨ ਕੀਤਾ ਜਾਂਦਾ ਹੈ ਕਿ ਕਿਹੜਾ ਕੰਪਾਊਂਡ ਹੈ, ਕਿਹੜੇ ਬਾਰੇ ਆਪਾਂ ਡਿਸਕਸ ਕਰਨੀ ਹੈ। ਤਾਂ ਇਹਦੇ ਵਿੱਚ ਕੁਐਸਚਨ ਆਉਣ ਦੇ ਚਾਂਸ ਬਹੁਤ ਥੋੜੇ ਹੈ। ਜੇ ਆਉਂਦਾ ਵੀ ਹੈ ਤਾਂ ਕਿਸੇ ਨੇਮ ਨੂੰ ਪੁੱਛਿਆ ਜਾ ਸਕਦਾ ਹੈ, ਕਿਸੇ ਕੰਪਾਊਂਡ ਜਾਂ ਕਿਸੇ ਮੋਲੀਕਿਊਲ ਦੇ ਕਾਮਨ ਨੇਮ ਨੂੰ ਪੁੱਛਿਆ ਜਾ ਸਕਦਾ ਹੈ ਜਾਂ ਉਹਦਾ ਆਈਓਪੈਕ ਨੇਮ ਪੁੱਛਿਆ ਜਾ ਸਕਦਾ ਹੈ। ਤੇ ਜੇਕਰ ਗਿਣਤੀ ਵਿੱਚ ਗੱਲ ਕਰੀਏ ਤਾਂ ਸਾਰੇ ਚੈਪਟਰ ਚਾਰੇ ਚੈਪਟਰ ਵਿੱਚ ਮਿਲਾ ਕੇ ਗਿਣਤੀ ਵਿੱਚ ਹੀ 30 ਤੋਂ 40 ਜਿਹੜੀ ਨੇਮਿੰਗ ਹੈਗੀ ਹੈ ਮੋਸਟ ਕਾਮਨ ਹੈਗੀ ਹੈ, ਜਿਹੜੇ ਆਪਾਂ ਕਰ ਸਕਦੇ ਹੈਗੇ। ਕੋਈ ਗੱਲ ਨਹੀਂ, ਉਹ ਆਪਾਂ ਆਉਣ ਵਾਲੇ ਹੌਲੀ ਲੈਕਚਰਸ ਵਿੱਚ ਨੇਮਸ ਦੇ ਉੱਤੇ ਵੀ ਇੱਕ ਲੈਕਚਰ ਸਪੈਸ਼ਲ ਬਣਾਵਾਂਗੇ ਜਿਹਦੇ ਵਿੱਚ ਜਸਟ ਆਪਾਂ ਨੇਮਸ ਬਾਰੇ ਗੱਲ ਕਰਾਂਗੇ ਵੀ ਆਹ ਨੇਮਿੰਗ ਪੋਸੀਬਲ ਹੈਗੀਆਂ ਜਿਹੜੀਆਂ ਪੇਪਰ ਦੇ ਪੁਆਇੰਟ ਵੀ ਤੋਂ ਇੰਪੋਰਟੈਂਟ ਹੈ। ਓਕੇ, ਬੇਸਿਕਲੀ ਇੰਟਰੋਡਕਸ਼ਨ ਹੋ ਗਈ। ਸੈਕੰਡ ਉਸੇ ਚੈਪਟਰ ਵਿੱਚ ਆਉਂਦੀਆਂ ਹੈਗੀਆਂ ਪ੍ਰੈਪਰੇਸ਼ਨ। ਜਿਹੜਾ ਆਪਾਂ ਚੈਪਟਰ ਪੜ੍ਹਨ ਜਾ ਰਹੇ ਹਾਂ, ਮੰਨ ਲਓ ਆਪਾਂ ਹੈਲੋਰੀਨਸ ਪੜ੍ਹ ਰਹੇ, ਹੈਲੋਕੇਨਸ ਪੜ੍ਹ ਰਹੇ ਹਾਂ ਮੰਨ ਲਓ, ਤਾਂ ਫਸਟ ਤਾਂ ਉਹਦੀਆਂ ਹੈਲੋਕੇਨ ਦੀ ਨੇਮ ਇੰਟਰੋਡਕਸ਼ਨ ਹੋਏਗੀ। ਫਿਰ ਉਸ ਤੋਂ ਬਾਅਦ ਉਸ ਕੰਪਾਊਂਡ ਦੀ, ਉਸ ਮੋਲੀਕਿਊਲ ਦੀ, ਉਸ ਆਰਗੈਨਿਕ ਜਿਹੜਾ ਆਪਣਾ ਕੰਪਾਊਂਡ ਹੈ ਉਹਦੀ ਕੀ ਹੋਊਗੀ? ਫਾਰਮੇਸ਼ਨ ਕਰੀ ਜਾਊਗੀ, ਪ੍ਰੈਪਰੇਸ਼ਨ ਕਰੀ ਜਾਊਗੀ। ਪ੍ਰੈਪਰੇਸ਼ਨ ਦੀਆਂ ਵੱਖ-ਵੱਖ ਰਿਐਕਸ਼ਨਸ ਹੋਣਗੀਆਂ, ਠੀਕ ਹੈ। ਉਹ ਵੱਖ-ਵੱਖ ਰਿਐਕਸ਼ਨਸ ਬਾਰੇ ਵਿੱਚ ਆਪਾਂ ਪੜ੍ਹਾਂਗੇ। ਓਕੇ, ਉਸ ਤੋਂ ਬਾਅਦ ਆ ਜਾਂਦੀਆਂ ਹੈਗੀਆਂ ਫਿਜ਼ੀਕਲ ਪ੍ਰੋਪਰਟੀਜ਼। ਇੱਥੇ ਜਿੰਨਾ ਭੁੱਲ ਗਿਆ ਮੈਂ, ਇੱਥੇ ਹੈਗੇ ਬੇਸਿਕਲੀ ਰਿਐਕਸ਼ਨਸ। ਇੱਥੇ ਸਾਰੀਆਂ ਰਿਐਕਸ਼ਨਸ ਹੁੰਦੀਆਂ। ਰਿਐਕਸ਼ਨਸ ਦੇ ਆਉਣ ਦੇ ਚਾਂਸ ਹੁੰਦੇ ਹਾਈ। ਆਂਦਾ ਇੱਥੋਂ ਕੁਐਸਚਨ ਕਈ ਵਾਰੀ ਤਾਂ ਨੇਮਿੰਗ ਰਿਐਕਸ਼ਨਸ ਦਾ ਵੀ ਕੁਐਸਚਨ ਆਉਂਦਾ ਹੈ। ਇੱਥੇ ਨੇਮਿੰਗ ਰਿਐਕਸ਼ਨਾਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣੀਆਂ, ਦਰਜਨੋਂ ਮਿਲ ਜਾਣੀਆਂ, ਠੀਕ ਹੈ। ਤਾਂ ਜਿਵੇਂ ਜਿਵੇਂ ਉਹ ਆਉਂਦੇ ਜਾਣਗੇ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਜਾਵਾਂਗੇ। ਫਿਰ ਆ ਜਾਂਦੀ ਫਿਜ਼ੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਬੇਸਿਕਲੀ ਕੀ ਕੁਝ ਪੁੱਛਿਆ ਦੇਖਦਾ, ਪਹਿਲੇ ਨੰਬਰ ਤੇ ਸਟੇਟ ਪੁੱਛੀ ਵੀ ਕੋਈ ਵੀ ਮੋਲੀਕਿਊਲ ਹੈ ਉਹ ਕਦੋਂ ਲਿਕੁਇਡ ਹੈ, ਉਹ ਕਦੋਂ ਸੋਲਿਡ ਹੈ, ਉਹ ਕਦੋਂ ਗੈਸੀਅਸ ਫਾਰਮ ਵਿੱਚ
ਵਿੱਚ ਦਿਸ ਇਜ਼ ਕਾਲਡ ਸਟੇਟ ਉਹਦੀ ਪੁੱਛੀ ਜਾਂਦੀ ਹੈ। ਤਾਂ ਇਹਦੇ ਵਿੱਚ ਵੀ ਇੱਕ ਫੰਡਾ ਹੈ। ਫੰਡਾ ਕੀ ਹੈਗਾ ਵੀ 1 2 3 ਜਦੋਂ ਕਾਰਬਨ ਦੀ ਚੇਨ 1 2 3 ਹੋਏਗੀ ਤਾਂ ਉਹ ਜਿਹੜਾ ਆਪਣੇ ਮੋਲੀਕਿਊਲ ਹੈ ਸਾਰੇ ਆਰਗੈਨਿਕ ਮੋਲੀਕਿਊਲ ਲਗਭਗ, ਮੈਂ ਸਾਰਿਆਂ ਲਈ ਗੱਲ ਕਰ ਰਿਹਾ, ਲਗਭਗ ਵੀ ਨਾਲ ਲਗਾ ਦਿੰਦੇ, ਇਹ ਫਾਰਮੂਲਾ ਸਾਰੇ ਕਿਤੇ ਅਪਲਾਈ ਵੀ ਹੋ ਜਾਊਗਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਵੀ ਜਦੋਂ ਚੇਨ 1 2 3 ਜਿਵੇਂ C2 ਤੱਕ ਲੱਗੀ ਹੋਈ ਹੈ 3 ਤੱਕ ਲੱਗੀਆਂ ਹੋਈਆਂ ਕਾਰਬਨ, ਫਿਰ ਕੋਈ ਗਰੁੱਪ ਲੱਗਿਆ ਹੈ ਜਿਹੜਾ ਵੀ ਆਪਣਾ ਕੋਈ ਗਰੁੱਪ ਹੋਊਗਾ, ਤਾਂ ਉਸ ਟਾਈਮ ਤੱਕ ਜਿਹੜੀ ਆਪਣੀ ਹੈਗੀ ਹੈ ਉਹਦੀ ਸਟੇਟ ਹੈ ਉਹ ਗੈਸ਼ੀਅਸ ਰਹਿੰਦੀ ਹੈ। ਫਿਰ 3 to 8 ਤੱਕ ਜਾਂ 10 ਤੱਕ ਕੀ ਹੈਗੀ ਹੈ ਉਸ ਕੰਪਾਊਂਡ ਦੀ ਜਿਹੜੀ ਸਟੇਟ ਹੈ ਉਹ ਸੋਲਿਡ ਰਹਿੰਦੀ ਹੈ, ਸੌਰੀ ਲਿਕੁਇਡ ਰਹਿੰਦੀ ਹੈ। ਤੇ 8 ਤੋਂ ਜਾਂ 10 ਤੋਂ ਅਬਵ ਵਿੱਚ ਚਲੇ ਜਾਈਏ ਉਸ ਕਾਰਬਨ ਚੇਨ ਦੇ ਤਾਂ ਉਹ ਕੀ ਹੈਗਾ ਆਪਣਾ ਮੋਲੀਕੂਲ ਸੋਲਿਡ ਫਾਰਮ ਚ ਚਲੇ। ਤੇ ਬੇਸਿਕਲੀ ਫਿਜ਼ੀਕਲ ਆਰਗੈਨਿਜ਼ਮ ਵਿੱਚ ਇੱਕ ਤਾਂ ਸਟੇਟ ਪੁੱਛੀ ਜਾਂਦੀ ਹੈ, ਫਿਰ ਪੁੱਛੀ ਜਾਏਗੀ ਫਸਟ ਸਟੇਟ, ਸੈਕੰਡ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਪੁੱਛੇ ਜਾਣਗੇ। ਤਾਂ ਇੱਥੇ ਵੀ ਇੱਕ ਆਪਾਂ ਫੰਡਾ ਯੂਜ਼ ਕਰ ਸਕਦੇ ਹਾਂ, ਜਿੰਨੇ ਵੀ ਆਪਾਂ ਡੈਰੀਵੇਟਿਵਸ ਪੜਾਂਗੇ ਇਸ ਸਾਲ ਆਪਾਂ ਡੈਰੀਵੇਟਿਵਸ ਵੀ ਪੜ੍ਹਨੇ ਆ ਹਾਈਡਰੋਕਾਰਬਨਸ ਦੇ, ਜਿੰਨੇ ਵੀ ਡੈਰੀਵੇਟਿਵਸ ਪੜਾਂਗੇ ਸਾਰਿਆਂ ਦੇ ਜਿਹੜੇ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟਸ ਹੈ ਉਹ ਹਾਈ ਹੋਣਗੇ ਐਜ਼ ਕੰਪੇਅਰ ਟੂ ਹਾਈਡਰੋਕਾਰਬਨਸ। ਬਟ ਉਹ ਆਪਾਂ ਅੱਗੇ ਜਾ ਕੇ ਫਿਊਚਰ 'ਚ ਦੇਖਾਂਗੇ, ਜਦੋਂ ਆਪਾਂ ਅੱਗੇ ਜਾ ਕੇ ਪੜਾਂਗੇ ਵੀ ਕਿਹਦੇ ਜ਼ਿਆਦਾ ਹੁੰਦੇ ਆ, ਆਪਾਂ ਇੱਕ ਦੂਜੇ ਨਾਲ ਵੀ ਕੰਪੇਅਰ ਕਰਾਂਗੇ, ਹੈਲੋ ਅਲਕੇਨਸ ਨੂੰ ਅਲਕੋਹਲ ਨਾਲ ਕੰਪੇਅਰ ਕਰਦੇ ਕਰਾਂਗੇ, ਅਲਕੋਹਲਸ ਨੂੰ ਅੱਗੇ ਫਿਨੋਲ ਨਾਲ ਕੰਪੇਅਰ ਕਰ ਦਾਂਗੇ, ਤਾਂ ਉੱਥੇ ਬੇਸਿਕਲੀ ਆਪਾਂ ਹਾਈਡਰੋਜਨ ਬੌਂਡਿੰਗ ਇੰਟਰੋਡਿਊਸ ਕਰਾਂਗੇ ਵੀ ਕਿਹਦੇ ਮੈਲਟਿੰਗ ਪੁਆਇੰਟ ਬੋਇਲਿੰਗ ਪੁਆਇੰਟ ਜ਼ਿਆਦਾ ਜਾਂ ਘੱਟ ਹੈ। ਥਰਡ ਨੰਬਰ ਤੇ ਇਹ ਗੱਲ ਪੁੱਛੀ ਜਾਂਦੀ ਕਿ ਉਹ ਪੁੱਛੀ ਜਾਂਦੀ ਡੈਂਸਿਟੀ, ਵੀ ਕਿਹਦੀ ਡੈਂਸਿਟੀ ਜ਼ਿਆਦਾ ਹੈ ਕਿਹਦੀ ਘੱਟ ਹੈ। ਇਹ ਵੀ ਬੇਸਿਕਲੀ ਕੋਈ ਇੰਨਾ ਜ਼ਿਆਦਾ ਔਖਾ ਕੰਮ ਨਹੀਂ ਹੈਗਾ, ਡੈਂਸਿਟੀ ਇਹਨਾਂ ਦੀ ਵੀ ਹਾਈਡਰੋਕਾਰਬਨਸ ਦੇ ਮੁਕਾਬਲੇ ਕੀ ਸਾਰੀਆਂ ਦੀ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ। ਇਹ ਵੀ ਇੱਕ ਫੰਡਾ ਹੈ, ਇਹ ਵੀ ਇੱਕ ਪੱਕਾ ਰੂਲ ਹੈ। ਓਕੇ, ਸਟੇਟ ਪੁੱਛੀ ਜਾਂਦੀ ਹੈ, ਮੈਲਟਿੰਗ ਪੁਆਇੰਟ ਬੋਇਲਿੰਗ ਪੁਆਇੰਟ ਪੁੱਛੀ ਜਾਂਦੀ ਹੈ, ਡੈਂਸਿਟੀ ਪੁੱਛੀ ਜਾਂਦੀ ਹੈ, ਤੇ ਉਸ ਤੋਂ ਇਲਾਵਾ ਕੀ ਪੁੱਛਿਆ ਜਾਂਦਾ ਹੈ, ਹਾਂ ਉਹਨਾਂ ਦੀ ਕੀ ਕਹਿੰਦੇ ਡਾਈਪੋਲ ਮੂਵਮੈਂਟ ਬਾਰੇ ਪੁੱਛਿਆ ਜਾ ਸਕਦਾ ਹੈ। ਡਾਈਪੋਲ ਮੂਵਮੈਂਟ ਬਾਰੇ ਪੁੱਛੀ, ਮਿਊ ਦੀ ਵੈਲਿਊ ਪੁੱਛੀ ਜਾਂਦੀ ਹੈ, ਕਿਹਦੇ ਵਿੱਚ ਡਾਈਪੋਲ ਮੂਵਮੈਂਟ ਹੈਗਾ ਜਾਂ ਕਿਹਦੇ ਵਿੱਚ ਡਾਈਪੋਲ ਮੂਵਮੈਂਟ ਨਹੀਂ ਹੈਗਾ, ਇਸ ਰਿਗਾਰਡਿੰਗ ਵੀ ਪੁੱਛਿਆ ਜਾ ਸਕਦਾ ਕੁਐਸਚਨ ਡਾਈਪੋਲ ਮੂਵਮੈਂਟ ਦੇ ਰਿਗਾਰਡਿੰਗ। ਬੇਸਿਕਲੀ ਫਿਜ਼ੀਕਲ ਸਟੇਟ ਵਿੱਚ ਇਹਨਾਂ ਚਾਰਾਂ ਚੀਜ਼ਾਂ ਨੂੰ ਵੀ ਪੁੱਛਿਆ ਜਾਂਦਾ ਹੈ। ਫਿਰ ਲਾਸਟ ਤੇ ਆ ਜਾਂਦੀ ਹੈਗੀ ਹੈ ਕੈਮੀਕਲ ਪ੍ਰੋਪਰਟੀਜ਼। ਇਹਦੇ ਵਿੱਚ ਵੀ ਕੀ ਹੁੰਦੀਆਂ ਬੇਸਿਕਲੀ ਰਿਐਕਸ਼ਨਸ ਹੁੰਦੀਆਂ, ਕੁਝ ਰੀਜ਼ਨਿੰਗ ਕੁਐਸਚਨ ਵੀ ਹੁੰਦੇ ਆ, ਇੱਥੇ ਰੀਜ਼ਨਿੰਗ ਕੁਐਸਚਨ ਵੀ ਇੱਕ ਆਂਦਾ ਹੈ, ਪੱਕਾ ਆਂਦਾ, ਪੇਪਰ ਵਿੱਚ ਵੀ ਆਂਦਾ ਹੈ, ਰਿਐਕਸ਼ਨਸ ਆਉਂਦੀਆਂ, ਰੀਜ਼ਨਿੰਗਸ ਆਉਂਦੇ ਹੈਗੇ, ਤੇ ਨਾਲ ਨਾਲ ਕੀ ਹੈਗਾ ਆਪਣੇ ਕੋਲੇ ਨੇਮਿੰਗ ਰਿਐਕਸ਼ਨਸ ਵੀ ਇਹਦੇ ਵਿੱਚ ਆ ਜਾਂਦੀਆਂ। ਇੱਕ ਇਹ ਹੋ ਗਿਆ 1 2 3 4। ਫਿਫਥ ਅੱਜ ਕੱਲ੍ਹ ਇੱਕ ਹੋਰ ਚੀਜ਼ ਜਿਹੜੀ ਕਾਮਨ ਹੋ ਰਹੀ ਹੈ ਦੈਟ ਇਜ਼ ਯੂਜ਼ਸ। ਮੰਨ ਲਓ ਕੋਈ ਕੰਪਾਊਂਡ ਦੇ ਦੇਣਗੇ, ਮਿਥੇਨੋਲ ਕਹਿਤਾ, ਇਥੇਨੋਲ ਕਹਿਤਾ, ਪ੍ਰੋਪੇਨੋਲ ਕਹਿਤਾ, ਉਹਦੀਆਂ ਯੂਜ਼ਸ ਦੱਸ ਦਿਓ, ਬ੍ਰੋਮੋਲਕੇਨ ਕਹਿਤੀ, ਉਹਦੀ ਯੂਜ਼ਸ ਦੱਸ ਦਿਓ। ਤਾਂ ਉਹ ਤੁਹਾਡੇ ਟੌਪਿਕ ਜਿਹੜੇ ਪੇਪਰ ਦੇ ਤੁਹਾਡੇ ਸਿਲੇਬਸ ਵਿੱਚ ਹੈਗੇ ਉਹਨਾਂ ਨੂੰ ਇੱਥੇ ਕਵਰ ਕੀਤੇ ਜਾਂਦੇ। ਹੁਣ ਇਹਨਾਂ ਦੇ ਪੇਪਰ ਪੈਟਰਨ ਦੀ ਗੱਲ ਕਰੀਏ ਜਿਹੜੇ ਤੁਸੀਂ ਮੇਨ ਤੌਰ ਤੇ ਫੋਕਸ ਕਰਨਾ ਹੈ। ਪੇਪਰ ਪੈਟਰਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਆਰਗੈਨਿਕ ਕੈਮਿਸਟਰੀ ਵਿੱਚ ਜ਼ਿਆਦਾ ਜਿਹੜੀ ਪਕੜ ਆ ਦੀ, ਜਿਹੜੀ ਜ਼ਿਆਦਾ ਆਪਦੀ ਮਜ਼ਬੂਤੀ ਹੈ, ਉਹ ਤੁਹਾਨੂੰ ਇਹਨਾਂ ਦੋ ਪਾਰਟਸ ਵਿੱਚ ਬਣਾਉਣੀ ਪੈਂਦੀ। ਇੱਕ ਤਾਂ ਉਹਦੀਆਂ ਪ੍ਰੈਪਰੇਸ਼ਨਸ ਦੇ ਵਿੱਚ, ਇੱਕ ਕੈਮੀਕਲ ਪ੍ਰੋਪਰਟੀਜ਼ ਵਿੱਚ। ਇੱਥੋਂ ਹੀ ਤੁਹਾਨੂੰ ਨੇਮਿੰਗ ਰਿਐਕਸ਼ਨ ਨਿਕਲਦੀਆਂ, ਇੱਥੋਂ ਹੀ ਤੁਹਾਨੂੰ ਸਿੰਪਲ ਕਨਵਰਜ਼ਨ ਰਿਐਕਸ਼ਨਸ ਮਿਲਣਗੀਆਂ, ਤੇ ਇੱਥੋਂ ਤੁਹਾਨੂੰ ਰੀਜ਼ਨਿੰਗ ਕੁਐਸਚਨ ਵੀ ਮਿਲਣਗੇ। ਇਹ ਪੱਕਾ ਹੀ ਹੈ ਵੀ ਇੱਥੋਂ ਤੁਹਾਨੂੰ ਮਿਲਦੇ ਰਹਿਣਗੇ, ਇਹ ਨਹੀਂ ਗੱਲ ਵੀ ਇਹ ਨਹੀਂ ਮਿਲਣਗੇ। ਇਹਨਾਂ ਦੋ ਟੌਪਿਕਸ ਦੇ ਔਨ ਥੀਸ ਟੂ ਟੌਪਿਕਸ ਯੂ ਹੈਵ ਟੂ ਟੇਕ ਅ ਗ੍ਰੇਟ, ਤੁਹਾਡੀ ਪਕੜ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਥਰਡ ਨੰਬਰ ਦੇ ਉੱਤੇ ਯੂਜ਼ਸ। ਇਹ ਇੱਕ ਨੰਬਰ ਕਹਿ ਦਈਏ ਆਪਣੇ, ਤੇ ਦੂਸਰੇ ਨੰਬਰ ਤੇ ਆਪਣੇ ਕੋਲ ਆ ਜਾਂਦੀ ਹੈ ਜਿਹੜੀ ਤੁਸੀਂ ਹੋਲਡ ਆਪਦਾ ਤੁਸੀਂ ਫਿਰ ਪਾਵਰ ਮਜ਼ਬੂਤ ਕਰਨੀ, ਦੈਟ ਇਜ਼ ਯੂਜ਼ਸ। ਅੱਜ ਕੱਲ੍ਹ ਇਸ ਤੋਂ ਪਹਿਲਾਂ ਜੇ ਆਪਾਂ ਇਹ ਤੋਂ 4-5 ਸਾਲ 6-7 ਸਾਲ ਪਹਿਲਾਂ ਚਲੇ ਜਾਈਏ ਤਾਂ ਕੁਐਸਚਨਸ ਬੇਸਿਕਲੀ ਫਿਜ਼ੀਕਲ ਪ੍ਰੋਪਰਟੀਜ਼ 'ਚ ਜ਼ਿਆਦਾ ਨਿਕਲਦਾ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੈ ਯੂਜ਼ਸ ਤੇ ਆਉਂਦੇ ਸੀਗੇ, ਪਰ ਹੁਣ ਥੋੜਾ ਜਿਹਾ ਸਿਨੈਰੀਓ ਚੇਂਜ ਹੋ ਗਿਆ। ਹੁਣ ਐਗਜ਼ਾਮੀਨਰ ਯੂਜ਼ਸ ਦੇ ਉੱਤੇ ਕੁਐਸਚਨ ਬਣਾ ਰਿਹਾ ਹੈ, ਠੀਕ ਹੈ। ਯੂਜ਼ਸ ਦੇ ਉੱਤੇ 1 ਮਾਰਕਸ ਦਾ ਕੁਐਸਚਨ ਡੈਫੀਨੇਟਲੀ ਬਣਾਉਂਦਾ ਹੀ ਬਣਾਉਂਦਾ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਜਿਹੜੇ ਸਟੂਡੈਂਟਸ ਹੈ ਉਹ ਯੂਜ਼ਸ ਨੂੰ ਘੱਟ ਪੜ੍ਹਦੇ ਆ,
तो इसे करके की है अजकल यूजर्स के उत्ते 1 मार्क्स का क्वेश्चन पक्का गारंटेड आंदा ही आंदा है। तो तुसीं जो यूजर्स पढ़ोगे मैं पढ़ावांगा तुहानूं तो तुसीं देखोगे भी आलमोस्ट सारियां यूजर्स सिमिलर भी होंगे, ठीक है। इस करके बड़ा कन्फ्यूज होने की जरूरत नहीं, 1 मार्क्स से तो फ्री है। फिर थर्ड नंबर ते आ जांदी तुहाडी फिजिकल प्रोडक्ट डिजाइन इंट्रोडक्शन वाला पार्ट, इहनूं तुसीं बाद च अपना कैरी ऑन कर सकते हो। छड्डना कुछ भी नहीं हैगा, औखा कुछ भी नहीं हैगा, तुसीं थोड़ी जी कंसंट्रेशन करनी हैगी है, मेरे नाल कंसंट्रेशन करते जाना है। तुसीं मैं गारंटी दिंदा है कि तुसीं रिएक्शनस नूं एक तरीके नाल पानी की तरह पी जाना है। बस फंडा एक होना चाहिए, पहले तुहानूं चैप्टर क्लीयर होना चाहिए, चैप्टर में की कुछ है। चैप्टर क्लीयर होगा तो तुहानूं सारियां मुश्किलां तुहाड़ियां हल हो जाएंगियां, ठीक है। फिर सैकंड चीज़ प्रैक्टिस, जिन्नी ज़्यादा प्रैक्टिस कर लोगे, जिन्नी ज़्यादा प्रैक्टिस कर लोगे उन्ना ही तुसीं इहदे विच बेनीफिट लओगे। इहदे रिगार्डिंग मैं तुहानूं एक की पॉइंट देना है, जदों मैं क्लास स्टार्ट कराया करांगा हर रोज़, जो मेरा नैक्सट लैक्चर इस तो बाद मेरा नैक्सट जो मैं हेलो टीम्स के नैक्सट टू नैक्सट लैक्चर बनाता जावांगा तो हरेक लैक्चर की स्टार्टिंग में मैं आप एक जिहड़ियां उस तो प्रीवियस लैक्चर में मैं जिहड़ियां रिएक्शनस इत्थे करवाइयां होईयां उन्होंने आके इत्थे नोट डाउन करूँगा, वो 2-4 जिन्नियां भी होईयां 1 मिनट का समा दूंगा, तुसीं खुद इवैल्यूएशन भी करनी है आप भी तुहानूं कल वाले नेमिंग रिएक्शनस या कोई भी जिहड़ी कन्वर्जन रिएक्शन याद है या नहीं है, ठीक है। जदों तुसीं उन्हां दी प्रैक्टिस वार-वार हर रोज़ करते जाओगे तो गारंटी है कि तुसीं एक ना एक दिन ਉਹਦੇ ਉੱਤੇ पकड़ मजबूत कर लो, ठीक है। चलो जी स्टार्ट करते हैं आज चैप्टर। अज आप ज़्यादा रिएक्शन शायद ना करिए, आप जस्ट इंट्रोडक्शन नाल शुरू करते हैं। ओके आज आप चैप्टर शुरू करते हैं हेलो अल्केन्स एंड हेलो अरीन। पहली गल तो ये दोनों अलग अलग चीज़ें, ये एलिफैटिक है, जो एलिफैटिक है दिस इज कॉल्ड हेलो अल्केन्स, तो जो एरोमेटिक है या फिर साइक्लिक है, बेसिकली एरोमेटिक ही है। जो कोई भी एरोमेटिक है तो वो अपन कहते हैं हेलो अरीन्स। जो कोई चेन है जी कार्बन की चेन है वो एरोमेटिक है तो हेलो अरीन्स, जे एलिफैटिक है जो साइक्लिक भी है मतलब तो उदों अपन कहते हैं हेलो अल्केन्स। हेलो लगे वर्ड, हेलो का मतलब होता है हेलोजन्स, तो इन्हां विच की लगियां होईयां हेलोजन्स लगियां होईयां एज ए डेरिवेटिव। किहड़ी हेलोजन्स? फ्लोरीन, ब्रोमीन, आयोडीन। ਇਹਦੇ ਵਿੱਚ ਤੁਸੀਂ क्लोरीन ਤੇ ब्रोमीन ਨੂੰ मोस्ट देखोगे, आयोडीन ਨੂੰ ਉਸ ਤੋਂ ਲੀਸਟ देखोगे ਤੇ फ्लोरीन ਨੂੰ ਤਾਂ ਜਮਾ 1-2 ਕਰੈਕਸ਼ਨ ਵਿੱਚ ਸਵਾਟ ਸਿਲੈਕਸ਼ਨ ਹੋਗੀ, ਜਿਵੇਂ ਇਹਨਾਂ ਰਿਐਕਸ਼ਨ 1-2 ਵਿੱਚ ਤੁਸੀਂ ਦੇਖੋਗੇ, ਜ਼ਿਆਦਾ ਮੇਜੋਰਿਟੀ ਵਿੱਚ ਤੁਸੀਂ ਨਹੀਂ ਦੇਖੋਗੇ। ਮੈਜੋਰਿਟੀ ਤੁਸੀਂ ब्रोमीन ਤੇ ब्रोमीन एंड क्लोरीन दोनों ਤੇ फोकस ਕਰੋਗੇ। ਇਹਦਾ ਰੀਜ਼ਨ ਇਹ ਹੈ ਕਿ ਜਿਹੜਾ क्लोरीन ਤੇ ब्रोमीन ਹੈ ਉਹ ਈਜ਼ੀਲੀ ਬੌਂਡ ਬਣਾਉਂਦੇ ਹੈਗੇ ਐਜ਼ ਕੰਪੇਅਰ ਟੂ आयोडीन एंड फ्लोरीन। आयोडीन बिगर साइज होने करके ईजीली बॉन्ड नहीं बनाता तो वीक बॉन्ड बनाता है, फ्लोरीन स्मॉलर साइज होने करके वीक बॉन्ड बनाता है। इस करके इन्होंने दोनों की रिएक्शंस तुसी घट करते हैं। ओके तो पहला आप हेलो अल्केन्स की गल कर लेने, इन्हां च एलिफैटिक होणगे, जिवें फॉर एग्जांपल 2 कार्बन की चेन है ते ओहदे विच लगी हुई है ब्रोमीन लगी हुई है, तो दिस इज कॉल्ड हेलो अल्केन। ये गल कर रहे हैं जिमें क्लोरीन लगी है बेंजीन, तो इन्हां दे इन्ने कॉमन नेम नहीं होणगे, इस करके आयोडिक नेम नहीं होणगे। ये तो थोड़ी जी एक ही दस देना जिहड़ी है दैट इज क्लोरो बेंजीन। जे फ्लोरीन लगी होंदी दैट इज फ्लोरो बेंजीन। तुसी ORO नाल यूज करना है कोई भी हेलोजन है जिहदा नहीं इहनूं बनाइए तो इहदा वर्ड रूट होंदा है कि prop। 10 वास्ते आप वर्ड रूट यूज करते हैं prop। सिंगल बॉन्ड है एन ते ये फिक्स नहीं लगता पर फिक्स लगता दैट इज ब्रोमो प्रोपेन, ठीक है। ओके जिवें कि CH3 CH2 CH दैट इज
क्लोरोईथेन, ਇਹਨੂੰ ਆਪਾਂ ਕਹਿੰਦੇ ਹਾਂ क्लोरोईथेन। इस तरीके नाल ਆਪਾਂ ਇਹਨਾਂ ਦੀ बेसिकली नेमिंग की करते हैं। हार्डली नेमिंग में इन्ना फोकस करने की जरूरत नहीं है क्योंकि वो अपने सिलेबस के अकॉर्डिंगली इन्ना इंपॉर्टेंट नहीं है। जिस प्लस वन क्लास में तो शायद ਤੁਹਾਡੇ ਲਈ इंपॉर्टेंट होना सी, बट ਹੁਣ इन्ना फोकस करने की जरूरत नहीं है। ये जिससे कि ਤੁਹਾਡੀ इंट्रोडक्शन ਜਦੋਂ ਹੈਲੋਜਨ अपनी सिंपल चेन या फिर ਹੋਰ ਨੂੰ ਬਣਾਉਂਦੇ ਨੇ, that is chlorocyclohexane. These all are haloalkanes and this is called haloarenes। तो इस तरीके नाल आप इहदी इंट्रोडक्शन लिख लेंगे। ओके, फिर होर गल आप होर देख लेने हैं। कल आप एक लास्ट टॉपिक लेक्चर में आप एक गल करी सी इंडक्टिव इफेक्ट की। तो ਜਿਹੜੀਆਂ ਇਹ ਹੈਲੋਜਨਸ ਹੈ, चाहे कोई भी हैलोजन लगी है, क्लोरीन लगी है, ब्रोमीन लगी, आयोडीन लगी है, उन्होंने सब की इलेक्ट्रोनेगेटिविटी एज कंपेयर टू कार्बन की होगी ज़्यादा ही होगी। इस करके ये इलेक्ट्रॉन विड्रॉइंग ग्रुप्स जो काम करेंगे, यानी कि केड़ा इंडक्टिव इफेक्ट शो करेंगे, नेगेटिव आई इफेक्ट शो करेंगे। ये सी राजे इंट्रोडक्शन टू हैलोअल्केन्स एंड हैलोअरीन्स ते इंट्रोडक्शन टू द चैप्टर्स ऑफ ऑर्गेनिक केमिस्ट्री। ਇਹਦੇ ਵਿੱਚ ਆਪਾਂ ਜਸਟ ਕੀ ਦੇਖਦੇ ਹੈਗੇ ਆ ਵੀ ਜਿਹੜੀ ਤੁਸੀਂ ਇੰਟਰੋਡਕਸ਼ਨ, ਪ੍ਰੈਪਰੇਸ਼ਨ, ਫਿਜ਼ੀਕਲ ਪ੍ਰੋਪਰਟੀਜ਼, ਕੈਮੀਕਲ ਪ੍ਰੋਪਰਟੀਜ਼ ਦੇ ਯੂਜ਼ਸ, ਇਹਨਾਂ ਪੰਜਾਂ ਚੀਜ਼ਾਂ ਉੱਤੇ ਕਮਾਂਡ ਕਰਨੀ ਹੈ, ਜਿਹਦੇ ਵਿੱਚ ਮੇਨ ਫੋਕਸ ਤੁਸੀਂ ਪ੍ਰੈਪਰੇਸ਼ਨਸ ਐਂਡ ਕੈਮੀਕਲ ਪ੍ਰੋਪਰਟੀਜ਼ ਦੇ ਉੱਤੇ ਦੇਣਾ ਹੈਗਾ। जो तुसी इन्हां दे उत्ते कमांड पूरा फुल प्रॉपर ग्रिप हो जाएगी। वो ग्रिप बनाने का तरीका एको ही है भी वार वार प्रैक्टिस करो। जो रिएक्शनस करवाई जाती है लैक्चर में आती है, कोई तुहाडी बुक में आती है, तो उन्होंने तुसी वार वार प्रैक्टिस करो। प्रैक्टिस करना मतलब ये मीनस जस्ट क्रैम करो। मैं कल भी आख्या सी, लास्ट लैक्चर में आख्या सी भी उसनूं याद करो। याद करने के तरीका है समझ के याद करो। तो वही किवें करना है वो आपां जो नैक्सट लैक्चर में रिएक्शनस स्टार्ट करेंगे तो उत्थे सीखांगे भी किस तरीके नाल समझ के रिएक्शनस याद कर सकते हैं। ओके ना जी, थैंक यू।